ਹੈਲੋ ਸਟੂਡੈਂਟਸ, ਵੈਲਕਮ ਔਨ ਮਾਈ ਚੈਨਲ। ਅੱਜ ਆਪਾਂ ਕਰਾਂਗੇ ਆਇਲਸ ਰੀਡਿੰਗ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਕਿੱਦਾਂ ਆਪਾਂ ਈਜ਼ੀਲੀ ਲਿਸਟ ਆਫ ਹੈਡਿੰਗ ਸੋਲਵ ਕਰ ਸਕਦੇ ਹਾਂ। ਬਿਕੋਜ਼ ਲਿਸਟ ਆਫ ਹੈਡਿੰਗ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ, ਠੀਕ ਆ। ਉਹਨਾਂ ਨੂੰ ਟਫ ਲੱਗਦਾ, ਬਟ ਇਹ ਬਹੁਤ ਈਜ਼ੀਲੀ ਹੈ। ਮੈਂ ਤੁਹਾਨੂੰ ਅੱਜ ਬੈਸਟ ਵੇ ਦੱਸੂੰਗੀ ਕਿੱਦਾਂ ਤੁਸੀਂ ਈਜ਼ੀਲੀ ਉਹਨੂੰ ਸੋਲਵ ਕਰ ਸਕਦੇ ਹਾਂ। ਸੋ ਪਲੀਜ਼ ਫੁੱਲ ਵੀਡੀਓ ਦੇਖਿਓ ਵਿਦਆਊਟ ਐਨੀ ਸਕਿਪ। ਸੋ ਚਲੋ ਸਟਾਰਟ ਕਰਦੇ ਹਾਂ। ਸੋ ਇਹ ਨੇ ਆਪਣੀ ਲਿਸਟ ਆਫ ਹੈਡਿੰਗ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਵੀ ਉਹਨਾਂ ਨੇ ਆਪਾਂ ਨੂੰ ਮੋਸਟਲੀ ਹੈਡਿੰਗ ਕੀ ਦਿੱਤੀ ਆ। ਉਹ ਤੋਂ ਬਾਅਦ ਉਹਨਾਂ ਨੇ ਆਪਾਂ ਨੂੰ 6 ਕੀ ਪੁਆਇੰਟਸ ਮਤਲਬ 6 ਪੈਸੇਜ ਦਿੱਤੇ ਹੋਏ ਆ, ਠੀਕ ਆ। ਆਪਾਂ ਦੇਖਣੀ ਕਿਹੜੀ ਇਨਫੋਰਮੇਸ਼ਨ ਕਿਸ ਪੈਸੇਜ ਵਿੱਚ ਗਿਵਨ ਆ, ਦੈਨ ਉਹ ਨੰਬਰ ਉਸ ਪੈਸੇਜ ਦੇ ਮੂਹਰੇ ਪਾ ਦੇਵਾਂਗੇ। ਸਭ ਤੋਂ ਪਹਿਲਾਂ ਲਿਸਟ ਆਫ ਹੈਡਿੰਗ ਪੜ੍ਹ ਲੈਂਦੇ ਵੀ ਉਹਨਾਂ ਵਿੱਚ ਆਪਾਂ ਨੂੰ ਕੀ ਮੇਨ ਪੁਆਇੰਟ ਦੱਸਿਆ ਹੋਇਆ। ਆਪਾਂ ਜਦੋਂ ਇਹਨੂੰ ਪੰਜਾਬੀ 'ਚ ਪੜ੍ਹਾਂਗੇ ਨਾ, ਦੈਨ ਆਪਾਂ ਨੂੰ ਮੈਚਿੰਗ ਕਰਦੇ ਸਮੇਂ ਯਾਦ ਰਹੂਗਾ ਕਿ ਐਸ ਆਪਾਂ ਇਸ ਚੀਜ਼ ਨੂੰ ਪੜ੍ਹਿਆ ਹੋਇਆ ਆ ਪਹਿਲਾਂ, ਠੀਕ ਆ। ਸੋ ਸਟਾਰਟ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਫਸਟ ਵਿੱਚ ਉਹਨਾਂ ਨੇ ਕਿਹਾ ਇੰਸ਼ੋਰ ਕਿੱਥੇ ਕਿਹਾ ਰਿਵਾਰਡ ਸਿਸਟਮ ਜਿਹੜਾ ਫੇਅਰ ਹੋਣਾ ਚਾਹੀਦਾ। ਮੈਚ ਰਿਵਾਰਡਸ, ਠੀਕ ਆ, ਇੰਡੀਵਿਜੂਅਲਸ ਨੂੰ ਦੇਣੇ ਚਾਹੀਦੇ। ਮੈਚ ਰਿਵਾਰਡਸ, ਠੀਕ ਆ, ਟੂ ਇੰਡੀਵਿਜੂਅਲਸ। ਇੰਸ਼ੋਰ ਕਰਨਾ ਚਾਹੀਦਾ ਜਿਹੜਾ ਟਾਰਗੇਟ ਆ ਇਲਾਸਟਿਕ ਹੋਵੇ, ਠੀਕ ਆ। ਲਿੰਕ ਦਿੱਤਾ ਹੋਇਆ ਰਿਵਾਰਡ ਦਾ ਟੂ ਅਚੀਵਮੈਂਟ, ਠੀਕ ਹੈ, ਕਿੱਥੇ ਕਰਦਾ। ਇਨਕਰੇਜ ਕਰਨਾ ਮੈਨੇਜਰ ਨੂੰ ਵੀ ਮੋਰ ਰਿਸਪੋਂਸੀਬਿਲਿਟੀਜ਼ ਲਵੇ, ਠੀਕ ਆ। ਰਿਕੋਗਨਾਈਜ਼ ਕਰਨਾ ਕਿ ਚੇਂਜਸ ਇੰਪਲੋਇਜ਼ ਦੇ ਵਿੱਚ ਔਨ ਪਰਫੋਰਮੈਂਸ ਓਵਰ ਟਾਈਮ ਦੇਖੀ ਜਾਵੇ, ਠੀਕ ਆ। ਇਸਟੈਬਲਿਸ਼ ਕਰਿਆ ਉਹ ਇੱਕ ਟਾਰਗੇਟ 'ਤੇ ਗਿਵ ਫੀਡਬੈਕ, ਠੀਕ ਆ। ਇੰਸ਼ੋਰ ਕਰਨਾ ਇੰਪਲੋਇਜ਼ ਨੂੰ ਟੂ ਸੂਟਡ ਦੇਅਰ ਜੋਬ। ਸੋ ਇਹ ਸੀ ਆਪਣੀ ਲਿਸਟ ਆਫ ਹੈਡਿੰਗਸ। ਹੁਣ ਆਪਾਂ ਪੈਸਿਸ 1 ਬਾਏ 1 ਰੀਡ ਕਰਾਂਗੇ, ਦੈਨ ਦੇਖਾਂਗੇ ਕਿਹੜਾ ਕਿੱਥੇ ਸੁਟੇਬਲ ਆ। ਸੋ ਆਪਾਂ ਨੂੰ ਕੀ ਪੁਆਇੰਟ 1 ਦਾ ਆਂਸਰ ਆਲਰੇਡੀ ਗਿਵਨ ਆ, ਠੀਕ ਆ, 8। ਸੋ ਇੱਧਰੋਂ ਆਪਾਂ 8 ਆਪਸ਼ਨ ਨੂੰ ਕੱਟ ਕਰ ਦਾਂਗੇ ਤਾਂ ਫਸਟ ਪੈਸੇਜ ਆਪਾਂ ਰੀਡ ਨਹੀਂ ਕਰਾਂਗੇ। ਮੋਸਟਲੀ ਪੈਸੇਜ ਦੇ ਵਿੱਚ ਸਮਟਾਈਮ ਜਿਹੜਾ ਆਂਸਰ ਆ ਉਹ ਜਾਂ ਤਾਂ ਪਹਿਲੀਆਂ ਕੁਛ ਲਾਈਨਾਂ ਵਿੱਚ ਗਿਵਨ ਹੁੰਦਾ ਜਾਂ ਐਂਡ 'ਤੇ ਗਿਵਨ ਹੁੰਦਾ। ਸਮ ਟਾਈਮ ਵਿਚਕਾਰ ਹੁੰਦਾ, ਮਿਡਲ 'ਚ ਹੁੰਦਾ, ਬਟ ਮੋਸਟਲੀ ਆਪਾਂ ਨੂੰ ਫਸਟ ਲਾਈਨਾਂ ਜਾਂ ਐਂਡਲੀਆਂ ਲਾਈਨਾਂ 'ਚ ਮਿਲ ਜਾਂਦਾ ਹੁੰਦਾ। ਸੋ ਪਹਿਲਾਂ ਸਟਾਰਟ ਕਰਦੇ ਹਾਂ। ਫੁੱਲ ਮੈਸੇਜ ਨਹੀਂ ਪੜ੍ਹਾਂਗੇ, ਮੇਨ ਲਾਈਨਸ ਪੜ੍ਹਾਂਗੇ, ਠੀਕ ਆ। ਦ ਲਿਟਰਲ ਇੱਕ ਗੋਲ ਸੈਟਿੰਗ ਕੀਤੀ ਗਈ, ਥਿਊਰੀ ਸੁਜੈਸਟ ਕੀਤੀ ਜਿਹੜੇ ਮੈਨੇਜਰ ਆ, ਠੀਕ ਆ, ਉਹ ਇੰਸ਼ੋਰ ਹੋ ਲੈਣ ਦੈਟ ਇੰਪਲੋਏ ਹੈਵ ਸਪੈਸੀਫਿਕ ਗੋਲ ਆ, ਤੇ ਰਿਸੀਵ ਕਰਨ ਕਮੈਂਟ ਹਾਊ ਵੈਲ ਦੇ ਆਰ ਡੂਇੰਗ ਦਿਸ ਗੋਲ, ਠੀਕ ਆ। ਇਹਦੇ ਵਿੱਚ ਮੋਸਟਲੀ ਆਪਾਂ ਨੂੰ ਕੀ ਕੀਤਾ ਗਿਆ, ਇੱਕ ਥਿਊਰੀ ਸੁਜੈਸਟ ਕੀਤੀ ਗਈ ਵੀ ਜਿਹੜੇ ਮੈਨੇਜਰ ਆ, ਠੀਕ ਆ, ਉਹ ਇੰਪਲੋਏ ਦਾ ਇੱਕ ਸਪੈਸੀਫਿਕ ਗੋਲ ਰੱਖ ਲੈਣ। ਹੁਣ ਗੋਲ ਨੂੰ ਆਪਾਂ ਜੇ ਵੋਕੈਬ ਪੜ੍ਹੀਏ ਆਪਾਂ ਕੀ ਕਹਿ ਸਕਦੇ ਹਾਂ, ਟਾਰਗੇਟ, ਠੀਕ ਆ, ਕੋਈ ਅਚੀਵਮੈਂਟ, ਠੀਕ ਆ। ਐਂਡ ਰਿਸੀਵ ਕਮੈਂਟ ਮਤਲਬ ਕਿਸੇ ਚੀਜ਼ ਤੋਂ ਫੀਡਬੈਕ ਲੈਣਾ, ਠੀਕ ਆ। ਹੁਣ ਇੱਥੋਂ ਆਪਾਂ ਮਾੜਾ ਜਿਹਾ ਦੇਖ ਲੈਂਦੇ ਹਾਂ। ਹੁਣ ਇਹਦੇ ਵਿੱਚ ਕੋਈ ਰਿਵਾਰਡ ਦੀ ਗੱਲ ਨਹੀਂ ਹੋ ਰਹੀ, ਠੀਕ ਆ। ਸ਼ੁਰੂ ਦੇ ਵਿੱਚ ਮੈਚ ਰਿਵਾਰਡ ਨਹੀਂ ਹੋ ਰਿਹਾ। ਟਾਰਗੇਟ ਦੀ ਇੰਸ਼ੋਰ ਟਾਰਗੇਟ ਇਲਾਸਟਿਕ ਹੋਵੇ, ਇਹ ਵੀ ਹੋ ਸਕਦਾ। ਅੱਗੋਂ ਵੀ ਪੜ੍ਹੋ ਪਹਿਲਾਂ। ਲਿੰਕ ਰਿਵਾਰਡ ਟੂ ਅਚੀਵਮੈਂਟ, ਇਹ ਵੀ ਨਹੀਂ ਗਾ। ਇਨਕਰੇਜ ਮੈਨੇਜਰ ਨੂੰ ਕਰਨਾ, ਰਿਸਪੋਂਸੀਬਿਲਿਟੀ ਨਹੀਂ। ਰਿਕੋਗਨਾਈਜ਼ ਚੇਂਜ ਕਰਨਾ ਪਰਫੋਰਮੈਂਸ। ਇਸਟੈਬਲਿਸ਼ ਟਾਰਗੇਟ ਐਂਡ ਗਿਵ ਫੀਡਬੈਕ, ਯੈਸ। ਹੁਣ ਉੱਥੇ ਉਹਨਾਂ ਨੇ ਆਪਾਂ ਨੂੰ ਕੀ ਕਿਹਾ, ਇਹ ਆਂਸਰ ਹੋ ਸਕਦਾ। ਉੱਥੇ ਕੀ ਕਿਹਾ, ਇੰਪਲੋਏ ਸਪੈਸੀਫਿਕ ਗੋਲ ਹੋਵੇ। ਇੱਥੇ ਉਹਨਾਂ ਨੇ ਕੀ ਕਿਹਾ, ਇਸਟੈਬਲਿਸ਼ ਕਰੋ ਟਾਰਗੇਟ। ਐਂਡ ਇੱਥੇ ਕੀ ਰਿਸੀਵ ਕਮੈਂਟ, ਇੱਥੇ ਕੀ ਕਹਿਤਾ, ਗਿਵ ਫੀਡਬੈਕ, ਠੀਕ ਆ। ਸੇਮ ਹੋ ਗਿਆ, ਬਸ ਜਸਟ ਉਹ ਕੈਬ ਯੂਜ਼ ਕਰਕੇ ਘੁਮਾ ਫਿਰਾ ਕੇ ਗੱਲ ਕੀਤੀ ਹੋਈ ਸੀ। ਸੋ ਕੀ ਪੁਆਇੰਟ ਸੈਕਿੰਡ ਦਾ ਆਂਸਰ ਕਿੰਨਾ ਹੋ ਗਿਆ, 7, ਠੀਕ ਆ। ਹੁਣ ਆਪਾਂ ਪੜ੍ਹਾਂਗੇ ਕੀ ਪੁਆਇੰਟ 3, ਠੀਕ ਆ। ਕੀ ਪੁਆਇੰਟ 3 ਦੇ ਵਿੱਚ ਦੱਸਿਆ ਹੋਇਆ ਵਾ ਰਿਗਾਰਡਲੈਸ ਵੈਦਰ ਗੋਲ ਆਰ ਅਚੀਵੇਬਲ ਹੋਵੇ ਜਾਂ ਔਰ ਵੈਲ ਵਿਦਿਨ ਮੈਨੇਜਮੈਂਟ ਪ੍ਰਿਸਪੈਸ਼ਨ ਆਫ ਦਾ ਇੰਪਲੋਏ ਅਬਿਲਿਟੀ ਦੇ ਅਕੋਰਡਿੰਗ ਹੋਵੇ। ਇਫ ਜੇ ਇੰਪਲੋਏ ਸੀ ਦੈਮ ਅਨਅਚੀਵੇਬਲ ਆ, ਦੇ ਕੈਨ ਰਿਡਿਊਸ ਆਪਣੇ ਐਫਰਟ ਨੂੰ ਘੱਟ ਕਰ ਦੂਗਾ। ਮੈਨੇਜਰ ਨੂੰ ਸ਼ੋਰ ਹੋਣਾ ਚਾਹੀਦਾ ਕਿ ਇੰਪਲੋਏ ਜਿਹੜੇ ਆ ਕੰਫੀਡੈਂਟ ਫੀਲ ਕਰਨ, ਠੀਕ ਆ, ਉਹਨਾਂ ਦੇ ਐਫਰਟਸ ਨੂੰ ਅਤੇ ਲੀਡ ਕਰਨ ਪਰਫੋਰਮੈਂਸ ਕੋਲ। ਫॉर ਮੈਨੇਜਰ ਇੰਪਲੋਏ ਜਿਹੜੇ ਆ ਕੈਪੇਬਲ ਹੋਣ ਫॉर ਡੂਇੰਗ ਅ ਜੋਬ ਦੇ ਮਸਟ ਰਿਗਾਰਡ ਅਪਰੇਜ਼ ਪ੍ਰੋਸੈਸ ਐਜ਼ ਵੈਲਿਡ। ਸੋ ਇਹਦੇ ਵਿੱਚ ਦੱਸਿਆ ਹੋ ਸਕਦਾ ਆ ਇੰਸ਼ੋਰ ਰਿਵਾਰਡ ਦੀ ਗੱਲ ਨਹੀਂ ਹੋਈ, ਮੈਚ ਰਿਵਾਰਡ ਦੀ ਗੱਲ ਨਹੀਂ ਹੋਈ। ਇੰਸ਼ੋਰ ਟਾਰਗੇਟ ਆਰ ਰਿਲਾਇਸਟਿਕ ਆਹ ਹੋ ਸਕਦਾ ਬਿਕੋਜ਼ ਉਹਨਾਂ ਨੇ ਕਿਹਾ ਵੀ ਮੈਨੇਜਰ ਨੂੰ ਉਹਨਾਂ ਦੇ ਅਕੋਰਡਿੰਗ, ਠੀਕ ਆ, ਇੰਪਲੋਇਜ਼ ਨੂੰ ਉਹਨਾਂ ਦੀ ਕੈਪੇਬਲ ਕਿੰਨੀ ਉਹ ਕੈਪੇਬਲ ਆ, ਠੀਕ ਆ, ਉੱਦਾਂ ਦਾ ਟਾਰਗੇਟ ਦੇਣ ਤਾਂ ਕਿ ਉਹ ਜਿਹੜੇ ਬੈਸਟ ਐਫਰਟ ਕਰਕੇ ਪਰਫੋਰਮੈਂਸ ਗੋਲ ਨੂੰ ਅਚੀਵ ਕਰ ਸਕਣ। ਸੋ ਆਪਾਂ ਮੈਨੂੰ ਥਰਡ ਲੱਗਦਾ ਇੱਕ ਵਾਰੀ ਗਾਂ ਵੀ ਪੜ੍ਹ ਲੈਣੇ। ਲਿੰਕ ਨਹੀਂ ਦਿੱਤਾ ਹੋਇਆ, ਮੈਨੇਜਰ ਨੂੰ ਇਨਕਰੇਜ ਨਹੀਂ ਕੀਤਾ ਰਿਸਪੋਂਸੀਬਿਲਿਟੀ ਚੁੱਕਣ ਨੂੰ, ਬਟ ਇੱਥੇ ਇੰਪਲੋਏ ਨੂੰ ਉਹਨਾਂ ਨੇ ਕਿਹਾ ਵੀ ਇੰਪਲੋਏ ਨੂੰ ਇੱਦਾਂ ਦਾ ਗੋਲ ਦੇਵੇ। ਰਿਕੋਗਨਾਈਜ਼ ਚੇਂਜ ਦਾ ਇੰਪਲੋਇਜ਼ ਪਰਫੋਰਮੈਂਸ, ਇਹ ਵੀ ਨਹੀਂ। ਓਵਰ ਟਾਈਮ ਦੀ ਨਹੀਂ ਗੱਲ ਹੋਈ।
ਸੋ ਥਰਡ ਹੀ ਹੋ ਸਕਦਾ, ਬਿਕੋਜ਼ ਇੱਥੇ ਉਹਨਾਂ ਨੇ ਕਿਹਾ ਨਾ ਮੈਨੇਜਰ ਸ਼ੋਰ ਹੋ ਜਾਵੇ ਵੀ ਇੱਦਾਂ ਦੇ ਐਫਰਟਸ ਕਰੇ, ਠੀਕ ਹੈ, ਇੱਦਾਂ ਦੇ ਗੋਲ ਨੂੰ ਅਚੀਵ ਕਰੇ। ਗੋਲ ਮਤਲਬ ਟਾਰਗੇਟ, ਠੀਕ ਆ, ਇੱਦਾਂ ਦਾ ਗੋਲ ਹੋਵੇ ਜਿਹੜਾ ਕਿ ਅਚੀਵੇਬਲ ਹੋਵੇ, ਸੋ ਮਤਲਬ ਕਿ ਰਿਲਾਇਸਟਿਕ ਹੋਵੇ। 7 8 ਤਾਂ ਆਲਰੇਡੀ ਹੋ ਚੁੱਕਿਆ, ਸੋ ਮੈਨੂੰ ਇਹਦਾ ਥਰਡ ਆਨਸਰ ਹੀ ਆ। ਸੋ ਇਹਦਾ ਆਨਸਰ ਕੀ ਆਊਗਾ? ਥਰਡ। ਉਹ ਤੋਂ ਬਾਅਦ ਫੋਰਥ ਪੜ੍ਹਦੇ ਹਾਂ। ਫੋਰਥ ਦੇ ਵਿੱਚ ਸਿੰਸ ਇੰਪਲੋਏ ਹੈ ਡਿਫਰੈਂਟ ਨੀਡ, ਹਰ ਇੱਕ ਦੀ ਡਿਫਰੈਂਟ ਨੀਡ ਹੁੰਦੀ ਆ। what act as a reinforcement for one may not another manager could use करे their knowledge each employee to personalize ਉਹਨਾਂ ਦੇ reward over which they have control। some of the more obvious reward ਹੁੰਦੇ ਆ that manager allocate include pay, promotion ਕਰਦਾ, job scope, depth and the opportunity to participate in goal setting and decision making। ਇਹਦੇ ਵਿੱਚ ਦੱਸਿਆ ਵੀ ਇੰਪਲੋਏ ਦੀਆਂ ਡਿਫਰੈਂਟ ਨੀਡ ਹੁੰਦੀਆਂ ਆ। ਸੋ ਮੈਨੇਜਰ ਨੂੰ ਆਪਣੀ ਨੌਲੇਜਮੈਂਟ ਦੇ ਨਾਲ ਉਹਨਾਂ ਨੂੰ ਪੇ ਕਰਨਾ ਚਾਹੀਦਾ, ਪ੍ਰਮੋਸ਼ਨ ਕਰਨੀ ਚਾਹੀਦੀ, ਠੀਕ ਆ, ਉਹਨਾਂ ਨੂੰ ਓਪਰਚੁਨਿਟੀ ਦੇਣੀ ਚਾਹੀਦੀ ਹੈ, ਠੀਕ ਆ, ਵੀ ਗੋਲ ਸੈਟਿੰਗ ਕਰਨਾ ਚਾਹੀਦਾ। ਸੋ ਇੰਪਲੋਏ ਦੀਆਂ ਡਿਫਰੈਂਟ ਨੀਡ ਹੁੰਦੀਆਂ। ਰਿਵਾਰਡ ਸਿਸਟਮ ਫੇਅਰ ਹੋਵੇ, ਬਟ ਹਰ ਇੱਕ ਦੀਆਂ ਇਹਦੇ ਵਿੱਚ ਨੀਡ ਦੱਸਿਆ। ਮੈਚ ਦਾ ਰਿਵਾਰਡ ਟੂ ਇੰਡੀਵਿਜੂਅਲ, ਸਾਰਿਆਂ ਦੇ ਰਿਵਾਰਡ ਮੈਚ ਰਿਵਾਰਡ ਟੂ ਇੰਡੀਵਿਜੂਅਲ ਵੀ ਹਰ ਇੱਕ ਦੀ ਰਿਵਾਰਡ ਨੂੰ ਉਹਦੇ ਨਾਲ ਮੈਚ ਕਰਨਾ, ਉਹਦੀ ਨੀਡਸ ਇਹਦੇ ਵਿੱਚ ਹੋ ਸਕਦਾ ਵੀ ਉਹ ਨੀਡਸ ਦੇ ਅਕੋਰਡਿੰਗ ਉਹਨਾਂ ਨੇ ਕਿਹਾ ਸੀ। ਇੱਥੇ ਉਹਨਾਂ ਨੇ ਕਹਿਤਾ ਮੈਚ ਰਿਵਾਰਡ ਟੂ ਇੰਡੀਵਿਜੂਅਲ ਵੀ ਹਰ ਇੱਕ ਦੀ ਆਪਣੀ ਆਪਣੀ, ਹਰ ਇੱਕ ਇੰਪਲੋਏ ਦੀ ਆਪਣੀ ਆਪਣੀ ਨੀਡ ਆ। ਸੋ ਹਰ ਇੱਕ ਇੱਥੇ ਇੰਡੀਵਿਜੂਅਲ ਹੋ ਗਿਆ, ਉੱਥੇ ਡਿਫਰੈਂਟ ਦੱਸਦਾ ਵੀ ਹਰ ਇੱਕ ਇੰਪਲੋਏ। ਥਰਡ ਆਪਣਾ ਆਲਰੇਡੀ ਹੋ ਚੁੱਕਿਆ ਆ, ਠੀਕ ਆ। ਉਹ ਤੋਂ ਬਾਅਦ ਲਿੰਕ ਰਿਵਾਰਡ ਟੂ ਅਚੀਵਮੈਂਟ ਦੇ ਨਾਲ ਨਹੀਂ ਦੇਖਿਆ ਗਿਆ। ਉਹ ਤੋਂ ਬਾਅਦ ਇਨਕਰੇਜ ਮੈਨੇਜਰ ਨੂੰ ਵੀ ਨਹੀਂ ਇਨਕਰੇਜ ਕੀਤਾ ਗਿਆ ਮੋਰ ਰਿਸਪੋਂਸੀਬਿਲਿਟੀ ਲੈਣ ਨੂੰ। ਚੇਂਜਸ ਵੀ ਨਹੀਂ ਕੀਤੇ ਗਏ ਇੰਪਲੋਏ ਓਵਰ ਦਾ ਟਾਈਮ। ਸੋ ਆਈ ਥਿੰਕ ਇਹਦਾ ਆਨਸਰ ਸੈਕਿੰਡ ਆ। ਤੁਹਾਡੇ ਅਕੋਰਡਿੰਗ ਕਿਹੜਾ ਆਨਸਰ ਲੱਗਦਾ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ, ਬਟ ਮੇਰੇ ਅਕੋਰਡਿੰਗ ਫਾਈਨਲ ਆ ਸੈਕਿੰਡ ਆਨਸਰ। ਹੁਣ ਆਪਾਂ ਪੜ੍ਹਾਂਗੇ ਫਿਫਥ। Manager need to make reward contingent on performance to reward factor other performance will only reinforce those factor key rewards such as pay increase and promotion should allocate to attainment of employee specific goal। ਸੋ ਉਹਨਾਂ ਨੂੰ ਉਸ ਅਕੋਰਡਿੰਗ, ਠੀਕ ਆ, ਐਡਵਾਂਸਮੈਂਟ ਪ੍ਰਮੋਸ਼ਨ ਦੇਣੇ ਚਾਹੀਦੇ ਆ। ਮੈਨੇਜਰ ਨੂੰ ਦੇਖਣਾ ਚਾਹੀਦਾ ਕਿ ਉਹਨਾਂ ਦੇ ਅਕੋਰਡਿੰਗ ਇੰਪਲੋਇਜ਼ ਨੂੰ ਉਹਨਾਂ ਦੇ ਸਪੈਸੀਫਿਕ ਗੋਲ ਟਾਰਗੇਟ ਦੇ ਅਕੋਰਡਿੰਗ, ਠੀਕ ਆ, ਉਹਨਾਂ ਨੂੰ, ਠੀਕ ਆ, ਪ੍ਰਮੋਸ਼ਨਸ ਦੇਣੇ ਚਾਹੀਦੇ, ਐਡਵਾਂਸਮੈਂਟ ਦੇਣੇ ਚਾਹੀਦੇ ਆ। ਸੋ ਇਹਦਾ ਆਨਸਰ ਹੋ ਸਕਦਾ ਆ ਇਨਸ਼ੋਰ ਰਿਵਾਰਡ ਫੇਅਰ ਨਹੀਂ ਹੈਗਾ। ਸੈਕਿੰਡ ਆਲਰੇਡੀ ਹੋ ਸਕਦਾ ਆ, ਹੋ ਗਿਆ, ਸੌਰੀ, ਸੈਕਿੰਡ ਆਲਰੇਡੀ ਹੋ ਚੁੱਕਾ ਆ, ਥਰਡ ਵੀ ਹੋ ਚੁੱਕਾ ਆ। ਫੋਰਥ ਲਿੰਕ ਰਿਵਾਰਡ ਟੂ ਅਚੀਵਮੈਂਟ। ਹਾਂ, ਇੱਥੇ ਰਿਵਾਰਡ 'ਤੇ, ਕਿਉਂਕਿ ਇੱਥੇ ਵੀ ਇੱਕ ਲਿੰਕ ਕ੍ਰੀਏਟ ਕੀਤਾ ਗਿਆ ਵੀ ਜਿੱਦਾਂ ਜਿੱਦਾਂ ਉਹ ਆਪਣੀ ਪਰਫੋਰਮੈਂਸ ਕਰੂਗੇ, ਜਿੱਦਾਂ ਜਿੱਦਾਂ ਸਪੈਸੀਫਿਕ ਗੋਲ ਨੂੰ ਅਟੇਨ ਕਰੂਗੇ, ਉੱਦਾਂ ਹੀ ਉਹਨਾਂ ਨੂੰ ਪ੍ਰਮੋਸ਼ਨ ਵਗੈਰਾ ਦੇਣਾ ਚਾਹੀਦਾ। ਸੋ ਇੱਥੇ ਵੀ ਦੱਸਿਆ ਲਿੰਕ ਰਿਵਾਰਡ ਟੂ ਅਚੀਵਮੈਂਟ। ਰਿਵਾਰਡ ਦਾ ਜਿਹੜਾ ਲਿੰਕ ਉਹ ਅਚੀਵਮੈਂਟ ਦੇ ਨਾਲ ਜੁੜਿਆ ਹੋਇਆ ਵੀ ਰਿਵਾਰਡ ਉਸ ਹਿਸਾਬ ਨਾਲ ਮਿਲੂਗੇ ਜਿਸ ਹਿਸਾਬ ਨਾਲ ਅਚੀਵਮੈਂਟਸ ਕਰੂਗੇ। ਸੋ ਇਹਦਾ ਆਨਸਰ ਹੋ ਸਕਦਾ ਆ ਫੋਰਥ। ਫਿਫਥ ਦਾ ਆਨਸਰ ਹੈਗਾ 4। ਹੁਣ ਰੀਡ ਕਰਦੇ ਹਾਂ ਜੀ 6 ਪੈਸੇਜ ਦੇ ਵਿੱਚ ਹੈਗਾ ਦ ਵੇ ਰਿਵਾਰਡ ਵਨ ਡਿਸਟਰੀਬਿਊਟਡ ਸ਼ੁੱਡ ਬੀ ਟਰਾਂਸਪੇਰੈਂਟ so that employee perceive that reward outcome are equitable and equal to the input given। ਠੀਕ ਆ, ਇਹਦੇ ਵਿੱਚ ਸਮਥਿੰਗ ਇਕੁਅਲ ਦੀ ਗੱਲ ਕੀਤੀ ਹੋਈ ਵੀ ਜਿਹੜੀ ਡਿਸਟਰੀਬਿਊਟ ਆ, ਠੀਕ ਆ, ਕੁਛ ਇੱਦਾਂ ਦਾ ਵੀ ਰਿਵਾਰਡ ਬਣਾਓ ਜਿਹਦੇ ਨਾਲ, ਠੀਕ ਆ, ਇੰਪਲੋਇਜ਼ ਨੂੰ ਲੱਗੇ ਵੀ ਜਿਹੜਾ ਰਿਵਾਰਡ ਆ ਉਹ ਵੀ ਇਕੁਅਲ ਆ ਰਿਹਾ ਜਿੰਨੀ ਕਿ ਉਹ ਇਨਪੁਟ ਦੇ ਰਹੇ ਆ, ਠੀਕ ਆ। ਇਨਸ਼ੋਰ ਦਾ ਰਿਵਾਰਡ ਸਿਸਟਮ ਇਜ਼ ਫੇਅਰ। ਸੋ ਇਹਦਾ ਆਨਸਰ ਇਹ ਵੀ ਹੋ ਸਕਦਾ ਵੀ ਰਿਵਾਰਡ ਸਿਸਟਮ ਫੇਅਰ ਹੋਣਾ ਚਾਹੀਦਾ ਹੈ, ਠੀਕ ਆ। ਜਿੰਨੀ ਉਹ ਇਨਪੁਟ ਦੇ ਰਹੇ ਆ, ਠੀਕ ਆ, ਓਨੇ ਉਹਨਾਂ ਦੀ ਇੰਪਲੋਇਮੈਂਟ ਦੀ, ਠੀਕ ਆ, ਰਿਵਾਰਡਸ ਮਿਲਣੇ ਚਾਹੀਦੇ ਓਨੇ ਉਹਨਾਂ ਨੂੰ। ਇਹੀ ਆਨਸਰ ਹੋ ਸਕਦਾ। ਇੱਕ ਫਿਫਥ ਲੱਭਿਆ ਸੀਗਾ ਇਨਕਰੇਜ ਕਰਨਾ ਮੈਨੇਜਰ ਨੂੰ। ਇਹਦੇ ਵਿੱਚ ਇਨਕਰੇਜ ਦੀ ਵੀ ਨਹੀਂ ਗੱਲ ਹੋਈ ਕਿਤੇ। ਪੁਆਇੰਟ ਸੀਗਾ ਰਿਕੋਗਨਾਈਜ਼ ਕਰਨਾ ਚੇਂਜਸ ਇਨ ਇੰਪਲੋਇਜ਼ ਦੇ ਚੇਂਜਸ ਦੇ ਬਾਰੇ ਵੀ ਨਹੀਂ ਕਿਤੇ ਗੱਲ ਕੀਤੀ ਹੋਈ। ਸੋ ਇਹ ਸੀਗਾ ਅੱਜ ਦਾ ਆਪਣੇ ਪੈਸਿਸ ਵੀ ਲਿਸਟ ਆਫ ਹੈਡਿੰਗਸ ਨੂੰ ਆਪਾਂ ਈਜ਼ਲੀ ਵੇ ਨਾਲ ਕਿੱਦਾਂ ਫਾਈਂਡ ਕਰ ਸਕਦੇ ਹਾਂ ਸਕਿਮ ਐਂਡ ਸਕੈਮ ਮੈਥਡ ਦੇ ਨਾਲ। ਪੂਰਾ ਪੈਸਿਸ ਰੀਡ ਕਰਨ ਦੀ ਕੋਈ ਜ਼ਰੂਰਤ ਨਹੀਂ, ਜਸਟ ਆਪਾਂ ਸਿਰਫ ਥੋੜ੍ਹੀਆਂ ਲਾਈਨਸ ਨੂੰ ਪੜ੍ਹ ਕੇ ਆਈਡੀਆ ਲਗਾ ਕੇ ਇਹਨਾਂ ਨੂੰ ਫਾਈਂਡ ਕਰ ਸਕਦੇ ਹਾਂ। ਸੋ ਵੀਡੀਓ ਜੇ ਪਸੰਦ ਆਈ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ। ਡੋਂਟ ਫੋਰਗੇਟ ਟੂ ਲਾਈਕ ਐਂਡ ਸ਼ੇਅਰ ਦਿਸ ਵੀਡੀਓ।